ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 20ਵਾਂ। ਤਿੱਬਤ ਵਿੱਚ ਇਹ ਰਿਵਾਜ ਸੈਂਕੜੇ ਸਾਲ ਰਿਹਾ ਹੈ ਕਿ ਬੱਚਾ ਜਦੋਂ ਜੰਮਦਾ ਹੀ ਸੀ ਤਾਂ ਉਸ ਨੂੰ 7 ਵਾਰ ਠੰਡੇ ਪਾਣੀ ਵਿੱਚ ਭਾਵ ਆਈਸ ਕੋਲਡ ਵਾਟਰ ਵਿੱਚ ਡੁਬਕੀਆਂ ਦੇ ਕੇ ਨਵਾਇਆ ਜਾਂਦਾ ਸੀ। ਸਿੱਟੇ ਵਜੋਂ 10 ਵਿੱਚੋਂ 7 ਬੱਚੇ ਮਰ ਜਾਂਦੇ ਸਨ। ਪਰ ਜਦੋਂ ਅਨਪੜ੍ਹਤਾ ਖਤਮ ਹੋਈ ਤਾਂ ਮੌਤ ਦਰ ਘਟ ਕੇ 100ਵਾਂ ਹਿੱਸਾ ਰਹਿ ਗਈ। ਕਿਉਂਕਿ ਪਹਿਲਾਂ ਲੋਕ ਇਹ ਮੰਨ ਕੇ ਚੱਲਦੇ ਸਨ ਕਿ ਜ਼ਿੰਦਗੀ ਤੇ ਮੌਤ ਤਾਂ ਪਰਮਾਤਮਾ ਦੇ ਹੱਥ ਹੈ। ਜਿਹਨੇ ਮਰਨਾ ਹੁੰਦਾ ਹੈ ਉਹਨੇ ਮਰ ਹੀ ਜਾਣਾ ਹੈ ਤੇ ਜਿਹਨੇ ਬਚਣਾ ਹੁੰਦਾ ਹੈ ਉਹ ਬਚ ਹੀ ਜਾਂਦਾ ਹੈ। 10 ਕੁ ਸਾਲ ਪਹਿਲਾਂ ਤਾਂ ਸ਼ਹਿਰਾਂ ਵਿੱਚ ਵੀ ਬੱਚੇ ਦਾਈਆਂ ਹੀ ਜਮਾਉਂਦੀਆਂ ਸਨ ਤੇ ਪਿੰਡਾਂ ਵਿੱਚ ਅਜੇ ਵੀ ਇਹ ਕੰਮ ਦਾਈਆਂ ਹੀ ਕਰਦੀਆਂ ਹਨ। ਬੱਚਾ ਜੰਮਣ ਤੇ ਕਿਸੇ ਵੀ ਗੰਦੇ ਮੰਦੇ ਰੰਬੇ ਜਾਂ ਦਾਤਰੀ ਨਾਲ ਨਾੜੂ ਵੱਢ ਦਿੰਦੀਆਂ ਸਨ ਤੇ ਕਈ ਬੱਚੇ ਚਾਨਣੀ ਭਾਵ ਟੈਟਨਸ ਦੀ ਬਿਮਾਰੀ ਨਾਲ ਮਰ ਜਾਂਦੇ ਸਨ। ਅੱਗੇ ਕੋਈ ਵੀ ਬੱਚਾ ਸਮੇਂ ਤੋਂ ਪਹਿਲਾਂ ਜੰਮ ਪਵੇ ਤਾਂ ਮਰ ਹੀ ਜਾਂਦਾ ਸੀ। ਪਰ ਹੁਣ ਅਮਰੀਕਾ ਵਿੱਚ 110 ਦਿਨ ਦਾ ਭਰੂਣ ਅਰਥਾਤ 4 ਮਹੀਨਿਆਂ ਤੋਂ ਵੀ ਘੱਟ ਦਾ ਬੱਚਾ ਡਾਕਟਰ ਬਚਾ ਲੈਂਦੇ ਹਨ। ਮੱਛੀ ਖਾਣੀ ਬੰਗਾਲੀਆਂ ਦੀ ਮਜਬੂਰੀ ਹੈ। ਥਾਈਲੈਂਡ ਵਿੱਚ ਸ਼ਾਕਾਹਾਰੀ ਭੋਜਨ ਵੀ ਮੱਛੀ ਦੇ ਤੇਲ ਵਿੱਚ ਹੀ ਬਣਦਾ ਹੈ। ਜੇ ਅੱਜ ਸਾਰੇ ਬੰਗਾਲੀ ਸਿੱਖ ਪ੍ਰਚਾਰਕਾਂ ਦੇ ਸਮਝਾਉਣ ਤੇ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਣ ਜਾਂ ਹੋ ਕੇ ਲਾਈਨ ਵਿੱਚ ਖੜੋ ਜਾਣ ਤੇ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਮੱਛੀ ਖਾਣੀ ਮਨਾ ਹੈ ਤਾਂ ਉਹ ਲਾਈਨ ਵਿੱਚੋਂ ਪਾਸੇ ਹਟ ਜਾਣਗੇ ਤੇ ਅੰਮ੍ਰਿਤ ਛਕਣ ਦਾ ਵਿਚਾਰ ਤਿਆਗ ਦੇਣਗੇ, ਕਿਉਂਕਿ ਮੱਛੀ ਖਾਣੀ ਉਹਨਾਂ ਦੀ ਮਜਬੂਰੀ ਹੈ। ਦੁਨੀਆ ਦੀ 3/4 ਆਬਾਦੀ ਲਈ ਮਾਸ ਖਾਣਾ ਮਜਬੂਰੀ ਹੈ। ਪੂਰੇ ਭਾਰਤ ਵਿੱਚ ਪਸ਼ੂ ਮਾਰਨ ਲਈ 6000 ਬੁੱਚੜਖਾਨੇ ਹਨ। ਉਹਨਾਂ ਵਿੱਚ ਪਸ਼ੂ ਨੂੰ ਵੱਢਣ ਨਾਲ ਜਿੰਨਾ ਵੀ ਖੂਨ ਨਿਕਲਦਾ ਹੈ ਉਸ ਵਿੱਚੋਂ ਭੋਰਾ ਵੀ ਜਾਇਆ ਨਹੀਂ ਜਾਣ ਦਿੱਤਾ ਜਾਂਦਾ ਤੇ ਟੈਂਕਰਾਂ ਵਿੱਚ ਭਰ ਕੇ ਦਵਾਈਆਂ ਬਣਾਉਣ ਵਾਲੇ ਕਾਰਖਾਨਿਆਂ ਵਿੱਚ ਭੇਜਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜਲੰਧਰ ਤੋਂ ਫਗਵਾੜੇ ਜਾਂਦਿਆਂ ਝਹੇੜੂ ਵਾਲਾ ਪੁਲ ਟੱਪਦਿਆਂ ਹੀ ਸੱਜੇ ਹੱਥ ਇੱਕ ਹੱਡਾਂ ਦਾ ਕਾਰਖਾਨਾ ਹੈ। ਉਹਨਾਂ ਹੱਡਾਂ ਵਿੱਚੋਂ ਪ੍ਰੋਟੀਨ ਕੈਮ ਨਾਂ ਦਾ ਇੱਕ ਪਾਊਡਰ ਕੱਢਿਆ ਜਾਂਦਾ ਹੈ ਜਿਸ ਦੀ ਬਹੁਤ ਮੰਗ ਹੈ ਤੇ ਆਈਸਕ੍ਰੀਮ ਬਣਾਉਣ ਅਤੇ ਟੁੱਥਪੇਸਟ ਬਣਾਉਣ ਵਾਲੀਆਂ ਕੰਪਨੀਆਂ ਦਾ ਲੱਖਾਂ ਰੁਪਈਆ ਐਡਵਾਂਸ ਦੇ ਰੂਪ ਵਿੱਚ ਇਸ ਫੈਕਟਰੀ ਵਿੱਚ ਜਮ੍ਹਾਂ ਰਹਿੰਦਾ ਹੈ। ਜੇ ਆਈਸਕ੍ਰੀਮ ਵਿੱਚ ਹੱਡਾਂ ਵਿੱਚੋਂ ਨਿਕਲਿਆ ਹੋਇਆ ਇਹ ਪਾਊਡਰ ਨਾ ਪਾਇਆ ਜਾਵੇ ਤਾਂ ਆਈਸਕ੍ਰੀਮ ਨਹੀਂ ਬਣ ਸਕਦੀ ਤੇ ਇਸੇ ਤਰ੍ਹਾਂ ਹੀ ਇਸ ਤੋਂ ਬਿਨਾਂ ਟੁੱਥਪੇਸਟ ਵੀ ਨਹੀਂ ਬਣ ਸਕਦੀ। ਲੇਸ ਜਿਹੀ ਬਣਾਉਣ ਦਾ ਕੰਮ ਇਹ ਪਾਊਡਰ ਹੀ ਕਰਦਾ, ਨਹੀਂ ਤਾਂ ਜਦੋਂ ਟੁੱਥਪੇਸਟ ਬਰੱਸ਼ ਤੇ ਲਾਈ ਜਾਵੇਗੀ ਤਾਂ ਉਹ ਦਾਣਿਆਂ ਵਾਂਗ ਭੁਰ ਕੇ ਥੱਲੇ ਡਿੱਗ ਪਏਗੀ। ਆਈਸਕ੍ਰੀਮ ਨਾਲ ਵੀ ਇਸੇ ਤਰ੍ਹਾਂ ਹੀ ਹੋਵੇਗਾ। ਅਮਰੀਕਾ, ਕੈਨੇਡਾ ਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਦਹੀਂ ਜਮਾਉਣ ਲਈ ਕੱਟੇ ਦੇ ਗਿੱਟੇ ਵਿੱਚੋਂ ਕੱਢੇ ਹੋਏ ਪਦਾਰਥ ਨੂੰ ਜਾਗ ਲਾਉਣ ਲਈ ਵਰਤਿਆ ਜਾਂਦਾ ਹੈ ਤੇ ਦਹੀਂ ਲੇਸਲਾ ਜਿਹਾ ਹੁੰਦਾ ਹੈ, ਪਰ ਇਸ ਵਿੱਚ ਪੌਸ਼ਟਿਕ ਤੱਤ ਬਹੁਤ ਹੁੰਦੇ ਹਨ। ਕਈ ਸਿੱਖ ਕਿੱਲ ਕੇ ਮਾਸ ਨਾ ਖਾਣ ਦਾ ਪ੍ਰਚਾਰ ਕਰਦੇ ਹਨ। ਕੋਈ ਉਹਨਾਂ ਨੂੰ ਪੁੱਛੇ ਕਿ ਕੀ ਉਹ ਆਈਸਕ੍ਰੀਮ ਨਹੀਂ ਖਾਂਦੇ, ਕੀ ਸਵੇਰੇ ਦੰਦਾਂ ਨੂੰ ਬਰੱਸ਼ ਨਹੀਂ ਕਰਦੇ, ਕਿ ਮਾਸ ਨਾ ਖਾਣ ਦੀਆਂ ਗੱਲਾਂ ਕਰਨ ਵਾਲੇ ਉਹ ਲੋਕ ਢੋਂਗੀ ਨਹੀਂ ਹਨ, ਕਿ ਉਹਨਾਂ ਦੇ ਕਦੇ ਤਾਕਤ ਦੀ ਦਵਾਈ ਨਹੀਂ ਖਾਧੀ। ਉਹ ਵੀ ਤਾਂ ਡੰਗਰਾਂ ਦੇ ਖੂਨ ਦੀ ਹੀ ਬਣਦੀ ਹੈ। ਖੰਘ ਦੀ ਦਵਾਈ ਤੇ ਹੋਰ ਹਰ ਪ੍ਰਕਾਰ ਦੀਆਂ ਤਰਲ ਦਵਾਈਆਂ ਵਿੱਚ ਸ਼ਰਾਬ ਜ਼ਰੂਰ ਪੈਂਦੀ ਹੈ, ਨਹੀਂ ਤਾਂ ਦਵਾਈ ਜੰਮ ਕੇ ਲੇਬਾ ਜਿਹਾ ਬਣ ਜਾਵੇਗੀ। ਖੰਘ ਦੀ ਦਵਾਈ ਵਿੱਚ ਤਾਂ ਅਫੀਮ ਵੀ ਪੈਂਦੀ ਹੈ, ਫਿਰ ਠੀਕ ਕੌਣ ਹੋਇਆ?
ਅਫਰੀਕਾ ਵਿੱਚ ਲੋਕ ਕੀੜੇ ਮਕੌੜੇ, ਕੋੜ ਕਿਰਲੇ, ਤਿਲ ਚੱਟੇ ਭੁੰਨ ਕੇ ਖਾਂਦੇ ਹਨ। ਅਫਰੀਕਾ ਵਿੱਚ ਵੀ ਬੋਕਾਸੋ ਤੇ ਯੂਗਾਂਡਾ ਦਾ ਰਾਸ਼ਟਰਪਤੀ ਈਦੀ ਅਮੀਨ ਬੰਦਿਆਂ ਦਾ ਮਾਸ ਖਾਂਦੇ ਫੜੇ ਗਏ ਸਨ। ਈਦੀ ਅਮੀਨ ਕਹਿੰਦਾ ਹੈ ਕਿ ਬੱਚਿਆਂ ਦਾ ਮਾਸ ਸਭ ਤੋਂ ਵੱਧ ਸਵਾਦ ਹੁੰਦਾ ਹੈ ਤੇ ਉਸ ਦੇ ਫਰਿੱਜ ਵਿੱਚੋਂ ਵੀ ਬੱਚਿਆਂ ਦਾ ਮਾਸ ਹੀ ਫੜਿਆ ਗਿਆ ਸੀ, ਕਿਉਂਕਿ ਉਹ ਇੱਕ ਆਦਮਖੋਰ ਕਬੀਲੇ ਵਿੱਚੋਂ ਸੀ। ਇਸ ਲਈ ਬੰਦੇ ਦਾ ਮਾਸ ਖਾਣ ਦੀ ਉਹਨਾਂ ਨੂੰ ਕੋਈ ਘ੍ਰਿਣਾ ਨਹੀਂ ਸੀ, ਪਰ ਹੋਰ ਕੋਈ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ। ਅਫਰੀਕਾ ਵਿੱਚ ਇੱਕ ਈਸਾਈ ਪਾਦਰੀ ਜੋ ਮਿਸ਼ਨਰੀ ਦੇ ਤੌਰ ਤੇ ਅਫਰੀਕਾ ਵਿੱਚ ਗਿਆ ਸੀ, ਇੱਕ ਆਦਮਖੋਰ ਕਬੀਲੇ ਦੇ ਢਏ ਚੜ੍ਹ ਗਿਆ ਤਾਂ ਉਹਨਾਂ ਨੇ ਉਸ ਦਾ ਮਾਸ ਰਿੰਨ ਕੇ ਖਾ ਲਿਆ। ਮੁਸਲਮਾਨ ਦਿਨੇ ਰੋਜ਼ੇ ਰੱਖਦੇ ਹਨ ਤੇ ਰਾਤ ਨੂੰ ਖਾਂਦੇ ਹਨ, ਪਰ ਜੈਨੀ ਸੂਰਜ ਛਿਪਣ ਤੋਂ ਬਾਅਦ ਪਾਣੀ ਵੀ ਨਹੀਂ ਪੀਂਦੇ। ਬ੍ਰਾਹਮਣ ਮਾਸ ਨਹੀਂ ਖਾਂਦੇ, ਪਰ ਰਾਮਕ੍ਰਿਸ਼ਨ ਪਰਮਹੰਸ ਜੋ ਹਿੰਦੂਆਂ ਦੇ ਪੂਜਨੀਕ ਸੰਤ ਹੋਏ ਹਨ, ਮਾਸ ਖਾਂਦੇ ਸਨ। ਬਹੁਤੇ ਕਸ਼ਮੀਰੀ ਪੰਡਿਤ ਮਾਸ ਖਾ ਲੈਂਦੇ ਹਨ। ਪੰਡਿਤ ਜਵਾਹਰ ਲਾਲ ਨਹਿਰੂ ਦਾ ਪਰਿਵਾਰ ਵੀ ਮਾਸ ਦਾ ਸ਼ੌਕੀਨ ਹੈ, ਪਰ ਉੱਤਰੀ ਭਾਰਤ ਦੇ ਬ੍ਰਾਹਮਣ ਮਾਸ ਨਹੀਂ ਖਾਂਦੇ। ਮਹਾਤਮਾ ਬੁੱਧ ਕਹਿੰਦੇ ਸਨ, ਕਿਸੇ ਜਾਨਵਰ ਨੂੰ ਮਾਰਨ ਵਿੱਚ ਹਿੰਸਾ ਹੈ, ਪਰ ਮਰਿਆ ਮਰਾਇਆ ਖਾਣ ਦਾ ਕੋਈ ਹਰਜ ਨਹੀਂ। ਜੈਨੀ ਕਹਿੰਦੇ ਹਨ, ਮਾਸ ਖਾਣ ਬਾਰੇ ਸੋਚਣਾ ਵੀ ਪਾਪ ਹੈ। ਦ੍ਰੋਪਦੀ ਦੇ 5 ਪਤੀ ਸਨ, ਪਰ ਫਿਰ ਵੀ ਹਿੰਦੂ ਦ੍ਰੋਪਦੀ ਨੂੰ ਉਹਨਾਂ 5 ਕੰਨਿਆਵਾਂ ਵਿੱਚੋਂ ਮੰਨਦੇ ਹਨ ਜਿਨ੍ਹਾਂ ਦਾ ਸਵੇਰੇ ਨਾਂ ਜਪਣਾ ਸ਼ੁਭ ਹੈ। ਮੁਸਲਮਾਨ 5 ਵਾਰ ਨਮਾਜ਼ ਪੜ੍ਹਦੇ ਹਨ ਤੇ ਈਸਾਈ ਹਫ਼ਤੇ ਵਿੱਚ ਇੱਕ ਦਿਨ ਐਤਵਾਰ ਹੀ ਚਰਚ ਜਾਂਦੇ ਹਨ। ਹਜ਼ਰਤ ਮੁਹੰਮਦ ਸਾਹਿਬ ਨੇ 9 ਵਿਆਹ ਕੀਤੇ। ਜਦੋਂ ਉਹ 14 ਸਾਲ ਦੇ ਸਨ ਤਾਂ 40 ਸਾਲ ਦੀ ਔਰਤ ਨਾਲ ਵਿਆਹ ਕੀਤਾ, ਤੇ ਜਦੋਂ 40 ਸਾਲਾਂ ਦੇ ਸਨ ਉਦੋਂ 14 ਸਾਲ ਦੀ ਕੁੜੀ ਨਾਲ ਵਿਆਹ ਕੀਤਾ। 4 ਵਿਆਹ ਤਾਂ ਹਰ ਮੁਸਲਮਾਨ ਲਈ ਜਾਇਜ਼ ਹੀ ਹਨ, ਪਰ ਸਾਰੇ ਯੂਰਪ ਵਿੱਚ ਤੇ ਭਾਰਤ ਵਿੱਚ ਇੱਕ ਪਤਨੀ ਨੂੰ ਰੱਖਣਾ ਹੀ ਠੀਕ ਸਮਝਿਆ ਜਾਂਦਾ ਹੈ। ਪਹਿਲਾਂ ਅਮਰੀਕਾ ਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਬੰਦਾ ਬੰਦੇ ਨੂੰ ਡੰਗਰਾਂ ਵਾਂਗ ਵੇਚਦਾ ਤੇ ਖਰੀਦਦਾ ਸੀ। ਭਾਰਤ ਵਿੱਚ ਅਛੂਤ ਦਾ ਪਰਛਾਵਾਂ ਵੀ ਪੈ ਜਾਵੇ ਤਾਂ ਹਿੰਦੂ ਅਪਵਿੱਤਰ ਹੋ ਜਾਂਦਾ ਹੈ। ਵੇਦਾਂ ਦੇ ਹਰ ਚੈਪਟਰ ਤੇ ਲਿਖਣ ਵਾਲੇ ਦਾ ਨਾਂ ਲਿਖਿਆ ਹੋਇਆ ਹੈ, ਪਰ ਪੜ੍ਹੇ ਲਿਖੇ ਹਿੰਦੂ ਅਜੇ ਵੀ ਆਖੀ ਜਾਂਦੇ ਹਨ ਕਿ ਵੇਦ ਪਰਮਾਤਮਾ ਦੇ ਲਿਖੇ ਹਨ। ਵੇਦਾਂ ਵਿੱਚ ਕਈਆਂ ਥਾਵਾਂ ਤੇ ਲਿਖਿਆ ਹੋਇਆ ਹੈ ਕਿ ਹੇ ਪਰਮਾਤਮਾ, ਸਿਰਫ ਮੇਰੇ ਖੇਤ ਵਿੱਚ ਹੀ ਮੀਂਹ ਪਾ ਤੇ ਮੇਰੇ ਦੁਸ਼ਮਣ ਦਾ ਖੇਤ ਸੁੱਕਾ ਹੀ ਰੱਖ। ਮੈਨੂੰ ਜਾਂ ਮੈਂ ਤੈਨੂੰ ਰਜਾ ਕੇ ਸੋਮਰਸ ਪਿਆਵਾਂਗਾ। ਮੇਰੀ ਗਾਂ ਦੇ ਥਣਾ ਵਿੱਚ ਦੁੱਧ ਪਾ ਤੇ ਮੇਰੇ ਗੁਆਂਢੀ ਦੀ ਗਾਂ ਦਾ ਦੁੱਧ ਸੁਕਾ ਦੇ। ਪਰ ਦੂਜੇ ਪਾਸੇ ਸਿੱਖ ਧਰਮ ਸਰਬੱਤ ਦਾ ਭਲਾ ਮੰਗਦਾ ਹੈ ਤੇ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਚੀਨ ਦੇ ਲੋਕ ਮੰਨਦੇ ਹਨ ਕਿ ਲਾਓ ਤਸੇ 84 ਸਾਲ ਦੀ ਉਮਰ ਦਾ ਬੁੱਢਾ ਹੀ ਪੈਦਾ ਹੋਇਆ ਸੀ। ਇਸੇ ਤਰ੍ਹਾਂ ਹੀ ਸਿੱਖਾਂ ਵਿੱਚੋਂ ਨਿਕਲੇ ਹੋਏ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਕੂਕੇ ਕਹਿੰਦੇ ਹਨ ਕਿ ਬਾਬਾ ਰਾਮ ਸਿੰਘ ਕੱਪੜੇ ਪਏ ਪੁਆਏ ਹੀ ਜੰਮਿਆ ਸੀ। ਜਦੋਂ ਬਾਬਾ ਰਾਮ ਸਿੰਘ ਜੰਮੇ ਤਾਂ ਦਾਈ ਨੇ ਵੇਖਿਆ ਕਿ ਇੱਕ ਗੋਲ ਜਿਹੀ ਸਿੱਲ ਜੰਮੀ ਹੈ। ਜਦੋਂ ਉਹਨੇ ਸ਼੍ਰੀ ਦੇ ਦਰਖਤ ਦੀ ਸੋਟੀ ਨਾਲ ਉਸ ਪੱਥਰ ਵਰਗੀ ਸਿੱਲ ਦੀ ਉਤਲੀ ਪਰਤ ਹਟਾਈ ਤਾਂ ਥੱਲਿਓਂ ਕੱਪੜੇ ਪਏ ਪੁਆਏ ਹੀ ਬਾਬਾ ਰਾਮ ਸਿੰਘ ਨਿਕਲਿਆ। ਹਿੰਦੂ ਕਹਿੰਦੇ ਹਨ ਕਿ ਵਿਸ਼ਵਕਰਮਾ ਦੀ ਪੁੱਤਰੀ ਦਾ ਵਿਆਹ ਸੂਰਜ ਨਾਲ ਹੋਇਆ ਸੀ। ਉਹਨੇ ਆ ਕੇ ਆਪਣੇ ਪਿਤਾ ਕੋਲ ਸ਼ਿਕਾਇਤ ਕੀਤੀ ਕਿ ਮੇਰੇ ਕੋਲੋਂ ਸੂਰਜ ਵੱਲ ਵੇਖਿਆ ਨਹੀਂ ਜਾਂਦਾ ਤੇ ਮੇਰੀਆਂ ਅੱਖਾਂ ਝੁੰਧਿਆ ਜਾਂਦੀਆਂ ਹਨ। ਤਾਂ ਕਹਿੰਦੇ ਹਨ ਬਾਬਾ ਵਿਸ਼ਵਕਰਮਾ ਨੇ ਸੂਰਜ ਨੂੰ ਫੜ ਕੇ ਖਰਾਦ ਤੇ ਬੰਨ੍ਹ ਲਿਆ ਤੇ ਉਸ ਦਾ 8ਵਾਂ ਹਿੱਸਾ ਛਾਂਗ ਦਿੱਤਾ। ਇਸ ਤਰ੍ਹਾਂ ਸੂਰਜ ਗੋਲ ਹੋ ਗਿਆ ਤੇ ਜੋ ਛਾਂਗ ਲੱਥਾ ਉਸ ਨਾਲ ਯੁਧਿਸ਼ਟਰ ਦਾ ਰੱਥ, ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਤੇ ਸ਼ਿਵ ਜੀ ਦੇ ਛੋਟੇ ਪੁੱਤਰ ਕਾਰਤਿਕੇ ਦੀ ਬਰਛੀ ਬਣਾਈ ਗਈ। ਪਰ ਵਿਗਿਆਨ ਕਹਿੰਦਾ ਹੈ ਕਿ ਸੂਰਜ ਇੱਕ ਅੱਗ ਦਾ ਗੋਲਾ ਹੈ ਤੇ ਇਸ ਦਾ ਆਕਾਰ ਧਰਤੀ ਤੋਂ ਕਈ ਲੱਖ ਗੁਣਾ ਵੱਡਾ ਹੈ।
ਇਹ ਧਰਤੀ ਤੋਂ ਇੰਨੀ ਦੂਰ ਤੇ ਹੈ ਕਿ ਇਸ ਦੀ ਇੱਕ ਕਿਰਨ 8 ਮਿੰਟ 18 ਸਕਿੰਟ ਵਿੱਚ ਧਰਤੀ ਤੱਕ ਆਉਂਦੀ ਹੈ। ਜੇ ਕੋਈ ਵਿਗਿਆਨੀ ਕੋਈ ਸਪੇਸ ਸ਼ਟਲ ਬਣਾ ਕੇ ਸੂਰਜ ਵੱਲ ਭੇਜੇ ਤੇ ਉਹ ਕਈ ਕਰੋੜ ਮੀਲ ਸੂਰਜ ਤੋਂ ਉਰੇ ਹੋਵੇ ਤਾਂ ਵੀ ਸੜ ਕੇ ਸੁਆਹ ਹੋ ਜਾਵੇਗਾ। ਪਤਾ ਨਹੀਂ ਵਿਸ਼ਵਕਰਮਾ ਨੇ ਕਿਵੇਂ ਉਹਨੂੰ ਫੜ ਕੇ ਖਰਾਦ ਤੇ ਬੰਨ੍ਹ ਲਿਆ, ਤੇ ਉਹ ਖਰਾਦ ਕਿੱਡਾ ਹੋਵੇਗਾ ਜਿਸ ਦੇ ਚੱਕ ਤੇ ਸੂਰਜ ਨੂੰ ਬੰਨ੍ਹ ਕੇ ਛਾਂਗਿਆ ਗਿਆ ਸੀ, ਗਪੌੜੀ ਕਿਸੇ ਥਾਂ ਦੀ। ਕਈ ਸਿੱਖ ਕਹਿੰਦੇ ਹਨ ਕਿ ਕੇਸ 5 ਕਕਾਰਾਂ ਵਿੱਚ ਹਨ, ਤੇ ਕੁਝ ਸਿੱਖ ਕਹਿੰਦੇ ਹਨ ਕੇਸਕੀ ਕਕਾਰਾਂ ਵਿੱਚ ਸ਼ਾਮਲ ਹੈ, ਕੇਸ ਨਹੀਂ। ਇਸ ਗੱਲ ਦਾ ਫੈਸਲਾ ਅੱਜ 300 ਸਾਲ ਬੀਤ ਜਾਣ ਤੇ ਵੀ ਨਹੀਂ ਹੋ ਸਕਿਆ। ਠੀਕ ਕੀ ਹੈ, ਗਲਤ ਕੀ ਹੈ, ਕਿਵੇਂ ਫੈਸਲਾ ਹੋਵੇ? ਸਰਦਾਰ ਭਗਤ ਸਿੰਘ ਕਮਿਊਨਿਸਟ ਸਨ ਤੇ ਰੱਬ ਨੂੰ ਨਹੀਂ ਸਨ ਮੰਨਦੇ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵਹਿਮ ਭਰਮ ਮੰਨਦੇ ਸਨ। ਧਾਰਮਿਕ ਮਾਨਤਾਵਾਂ ਦਾ ਉਹਨਾਂ ਲਈ ਕੋਈ ਅਰਥ ਨਹੀਂ ਸੀ। ਜੇਲ੍ਹ ਵਿੱਚ ਉਹ ਜੇਲ੍ਹ ਵੱਲੋਂ ਦਿੱਤੀ ਰੋਟੀ ਖਾ ਲੈਂਦੇ ਸਨ, ਹੋਰ ਚੀਜ਼ਾਂ ਵੀ ਖਾ ਲੈਂਦੇ ਸਨ, ਪਰ ਲੂਣ ਨਹੀਂ ਸਨ ਖਾਂਦੇ। ਉਹਨਾਂ ਦਾ ਵਿਚਾਰ ਸੀ ਕਿ ਲੋਕ ਕਿਤੇ ਇਹ ਨਾ ਆਖਣ ਕਿ ਅੰਗਰੇਜ਼ਾਂ ਦਾ ਲੂਣ ਖਾ ਕੇ ਹਰਾਮ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਜਿੱਥੇ ਇੱਕ ਤੋਂ ਜ਼ਿਆਦਾ ਲੋਕ ਰਹਿੰਦੇ ਹੋਣ, ਉਥੇ ਜ਼ਿੰਦਗੀ ਦੇ ਕੁਝ ਅਸੂਲ ਤਾਂ ਬਣਾਉਣੇ ਹੀ ਪੈਂਦੇ ਹਨ। ਮਿਸਾਲ ਦੇ ਤੌਰ ਤੇ ਸੜਕ ਤੇ ਤੁਰਨ ਦੀ ਗੱਲ ਹੀ ਲੈ ਲਈਏ ਤਾਂ ਭਾਰਤ ਵਿੱਚ ਤੇ ਏਸ਼ੀਆ ਦੇ ਕਈ ਹੋਰ ਦੇਸ਼ਾਂ ਵਿੱਚ ਸੜਕ ਦੇ ਖੱਬੇ ਪਾਸੇ ਤੁਰਨ ਦਾ ਰਿਵਾਜ ਹੈ, ਪਰ ਅਮਰੀਕਾ ਤੇ ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਟ੍ਰੈਫਿਕ ਸੱਜੇ ਹੱਥ ਚੱਲਦੀ ਹੈ। ਇਸ ਵਿੱਚ ਕਿਹੜੀ ਟ੍ਰੈਫਿਕ ਗਲਤ ਹੈ ਤੇ ਕਿਹੜੀ ਠੀਕ? ਕਹਿੰਦੇ ਹਨ ਜੀਸਸ ਨੇ ਲਜਾਰਸ ਨਾਂ ਦੇ ਇੱਕ ਬੰਦੇ ਨੂੰ, ਜਿਸ ਨੂੰ ਮਰੇ ਨੂੰ 4 ਦਿਨ ਹੋ ਗਏ ਸਨ, ਜਿੰਦਾ ਕਰ ਦਿੱਤਾ ਸੀ। ਜੀਸਸ ਨੇ ਉਹਨੂੰ ਆਵਾਜ਼ ਮਾਰੀ ਤੇ ਉਹ ਕਬਰ ਵਿੱਚੋਂ ਬਾਹਰ ਆ ਗਿਆ। ਪਰ ਜਦੋਂ ਜੀਸਸ ਨੂੰ ਆਪ ਸਲੀਬ ਤੇ ਲਟਕਾਇਆ ਹੋਇਆ ਸੀ ਤਾਂ ਉਹਨਾਂ ਦੇ ਸੱਜੇ ਤੇ ਖੱਬੇ ਪਾਸੇ 2 ਚੋਰਾਂ ਨੂੰ ਵੀ ਸਲੀਬ ਦਿੱਤੀ ਹੋਈ ਸੀ। ਦੋਵੇਂ ਚੋਰ ਬਾਰ-ਬਾਰ ਜੀਸਸ ਨੂੰ ਕਹਿ ਰਹੇ ਸਨ ਕਿ ਮਹਾਰਾਜ ਹੁਣ ਕੁਝ ਕਰੋ, ਤੁਸੀਂ ਤਾਂ ਕਈਆਂ ਨੂੰ ਜਿੰਦੇ ਕੀਤਾ ਹੈ ਤੇ ਕਈਆਂ ਦੇ ਕੋੜ ਦੂਰ ਕੀਤੇ ਹਨ, ਹੁਣ ਕੁਝ ਕਿਉਂ ਨਹੀਂ ਕਰਦੇ? ਪਰ ਉਹ ਕੁਝ ਨਾ ਕਰ ਸਕੇ। ਇਸੇ ਤਰ੍ਹਾਂ ਹੀ ਦੰਤ ਕਥਾ ਹੈ ਕਿ ਮਲੂਕ ਦਾਸ ਨੇ ਵੀ ਆਪਣੇ ਇੱਕ ਚੇਲੇ ਨੂੰ ਜਿੰਦਾ ਕਰ ਦਿੱਤਾ ਸੀ। ਗੁਰੂ ਹਰਕ੍ਰਿਸ਼ਨ ਜੀ ਨੇ ਵੀ ਆਪਣੇ ਨਾਲ ਖੇਡਣ ਵਾਲੇ ਲੜਕੇ ਜੋ ਮਰ ਗਿਆ ਸੀ ਨੂੰ ਜਿੰਦਾ ਕਰ ਦਿੱਤਾ ਸੀ, ਪਰ ਆਪ ਉਹ ਚੇਚਕ ਦੀ ਬਿਮਾਰੀ ਨਾਲ ਸਵਰਗ ਸਿਧਾਰ ਗਏ ਸਨ। ਡਾਕਟਰਾਂ ਦੀ ਰਾਏ ਅਨੁਸਾਰ ਜੇ ਕਿਸੇ ਵਿਅਕਤੀ ਨੂੰ ਮਰੇ ਹੋਏ 5 ਮਿੰਟ ਹੋ ਗਏ ਹੋਣ ਤਾਂ ਉਹਨੂੰ ਜਿੰਦਾ ਕਰਨਾ ਬੇਕਾਰ ਹੈ, ਪਰ 4 ਦਿਨ ਦੇ ਮਰੇ ਹੋਏ ਬੰਦੇ ਦਾ ਤਾਂ ਸਰੀਰ ਵੀ ਗਲ ਸੜ ਚੁੱਕਾ ਹੁੰਦਾ ਹੈ। ਇਹਨਾਂ ਕਹਾਣੀਆਂ ਵਿੱਚ ਠੀਕ ਕੀ ਹੈ ਤੇ ਠੀਕ ਕੀ ਨਹੀਂ? ਅਮਰੀਕਾ ਵਿੱਚ ਲੋਕ 5 ਵਾਰ ਭੋਜਨ ਕਰਦੇ ਹਨ, ਕਿਉਂਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਿਹਦੇ ਉੱਤੇ ਬਹੁਤਾ ਭਾਰ ਨਹੀਂ ਪੈਣਾ ਚਾਹੀਦਾ। ਵਿਗਿਆਨੀਆਂ ਨੇ ਇਹ ਵੀ ਤਜਰਬਾ ਕੀਤਾ ਹੈ ਕਿ ਅਫਰੀਕਾ ਵਿੱਚ ਲੋਕ ਸਿਰਫ ਇੱਕ ਵੇਲੇ ਹੀ ਖਾਂਦੇ ਹਨ, ਪਰ ਫਿਰ ਵੀ ਉਹਨਾਂ ਦੇ ਪੇਟ ਉੱਤੇ ਜਾਂ ਉਹਨਾਂ ਦੇ ਪੇਟ ਬਹੁਤ ਵੱਡੇ ਹਨ। ਜੈਨੀ ਵੀ ਇੱਕ ਵਾਰ ਖਾਂਦੇ ਹਨ, ਉਹਨਾਂ ਦੇ ਢਿੱਡ ਵੀ ਵੱਡੇ ਹਨ। ਹਿੰਦੁਸਤਾਨ ਦੇ ਲੋਕ 2 ਵਾਰ ਰੋਟੀ ਖਾਂਦੇ ਹਨ ਤੇ ਉਹਨਾਂ ਦੇ ਢਿੱਡ ਵੀ ਆਮ ਤੌਰ ਤੇ ਵੱਡੇ ਹਨ। ਵਿਗਿਆਨੀ ਕਹਿੰਦੇ ਹਨ ਕਿ ਘਿਓ ਖਾਣਾ ਚੰਗਾ ਨਹੀਂ, ਕਿਉਂਕਿ ਧੰਧਿਆਈ ਨਾੜਾਂ ਵਿੱਚ ਜੰਮ ਜਾਂਦੀ ਹੈ ਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ। ਪਰ ਨਾਲ ਹੀ ਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਦਿਮਾਗ ਦੀਆਂ ਨਾੜਾਂ ਨੂੰ ਮਜ਼ਬੂਤ ਰੱਖਣ ਲਈ ਘਿਓ ਖਾਣਾ ਜ਼ਰੂਰੀ ਹੈ। ਨਹੀਂ ਤਾਂ ਇਸ ਤਰ੍ਹਾਂ ਹੋਵੇਗਾ ਜਿਵੇਂ ਖੇਤਾਂ ਦੀ ਸਿੰਚਾਈ ਕਰਨ ਵਾਲੀ ਆੜ ਦੇ ਨਾਲ ਮਿੱਟੀ ਲਾਈ ਜਾਵੇ ਤਾਂ ਜਿਵੇਂ ਖੇਤਾਂ ਦੀ ਸਿੰਚਾਈ ਕਰਨ ਵਾਲੀ ਆੜ ਦੇ ਨਾਲ ਮਿੱਟੀ ਨਾ ਲਾਈ ਜਾਵੇ ਤਾਂ ਆੜ ਵਿੱਚ ਚੱਲਣ ਵਾਲੇ ਪਾਣੀ ਦੇ ਦਬਾਅ ਨਾਲ ਆੜ ਟੁੱਟ ਜਾਂਦੀ ਹੈ।
ਇਸੇ ਤਰ੍ਹਾਂ ਹੀ ਨਾੜਾਂ ਦੇ ਨਾਲ ਇੱਕ ਮਾਸ ਤਰ੍ਹਾਂ ਦਾ ਪਦਾਰਥ ਨਾ ਲੱਗਾ ਹੋਵੇ ਨਾ ਇਸੇ ਤਰ੍ਹਾਂ ਹੀ ਨਾੜਾਂ ਦੇ ਨਾਲ ਇੱਕ ਖਾਸ ਤਰ੍ਹਾਂ ਦਾ ਪਦਾਰਥ ਨਾ ਲੱਗਾ ਹੋਵੇ ਜੋ ਘਿਓ ਖਾਣ ਤੋਂ ਤਿਆਰ ਹੁੰਦਾ ਹੈ, ਤਾਂ ਦਿਮਾਗ ਦੀ ਕੋਈ ਨਾੜੀ ਫਟ ਵੀ ਸਕਦੀ ਹੈ, ਜਿਸ ਨੂੰ ਬ੍ਰੇਨ ਹੈਮਰੇਜ ਕਹਿੰਦੇ ਹਨ। ਹੁਣ ਠੀਕ ਕੀ ਹੈ ਤੇ ਗਲਤ ਕੀ ਹੈ? ਦੁਨੀਆ ਦੇ ਹਰ ਮੁਲਕ ਤੇ ਹਰ ਸਮਾਜ ਵਿੱਚ ਬਹਾਦਰੀ ਨੂੰ ਹੀ ਵਧੀਆ ਮੰਨਿਆ ਗਿਆ ਹੈ ਤੇ ਰਣ ਵਿੱਚੋਂ ਭੱਜਣ ਵਾਲੇ ਨੂੰ ਪਾਜੀ ਤੇ ਹੋਰ ਪਤਾ ਨਹੀਂ ਕੀ ਕੀ ਆਖਿਆ ਜਾਂਦਾ ਹੈ। ਕਹਿੰਦੇ ਹਨ ਕਿ ਇੱਕ ਵਾਰ ਕਿਸੇ ਮੁਸਲਮਾਨ ਫੌਜੀ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਪੁੱਛਿਆ, ਹਜੂਰ ਤੁਸਾਂ ਪਿੱਠ ਤੇ ਜ਼ਰਾ ਬਖਤਰ ਕਿਉਂ ਨਹੀਂ ਪਾਇਆ? ਤਾਂ ਉਹਨਾਂ ਨੇ ਜਵਾਬ ਦਿੱਤਾ, ਪਿੱਠ ਦਾ ਬਚਾਅ ਕਰਨ ਲਈ ਪਿੱਠ ਦੇ ਢਾਲ ਤਾਂ ਉਹ ਬੰਨਣ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚੋਂ ਭੱਜਣਾ ਹੋਵੇ, ਤਾਂ ਕਿ ਭੱਜੇ ਜਾਂਦੇ ਦੇ ਮਗਰ ਕੋਈ ਵਾਰ ਨਾ ਕਰ ਦੇਵੇ। ਮੈਂ ਕੋਈ ਮੈਦਾਨੇ ਜੰਗ ਵਿੱਚੋਂ ਭੱਜਣਾ ਹੈ ਜਿਹੜਾ ਜ਼ਰਾ ਬਖਤਰ ਪਾਵਾਂ? ਪਰ ਦੂਜੇ ਪਾਸੇ ਕ੍ਰਿਸ਼ਨ ਜੀ ਮੈਦਾਨੇ ਜੰਗ ਵਿੱਚੋਂ ਭੱਜ ਗਏ ਸਨ। ਜਿੱਥੇ ਉਹਨਾਂ ਦੇ ਹੋਰ ਕਈ ਨਾਂ ਹਨ, ਉੱਥੇ ਰਣ ਛੱਡ ਕੇ ਭੱਜ ਜਾਣ ਕਰਕੇ ਉਹਨਾਂ ਦਾ ਨਾਂ ਰਣਛੋੜ ਦਾਸ ਜੀ ਵੀ ਹੈ। ਮੱਧ ਪ੍ਰਦੇਸ਼ ਵਿੱਚ ਰਣਛੋੜ ਦਾਸ ਜੀ ਦੇ ਕਈ ਮੰਦਰ ਮੈਂ ਆਪ ਵੇਖੇ ਹਨ। ਇਸ ਤਰ੍ਹਾਂ ਦੁਨੀਆ ਦੇ ਲਗਭਗ 300 ਧਰਮ ਹਨ ਤੇ ਅੱਗੋਂ ਉਹਨਾਂ ਦੀਆਂ 3000 ਸੰਪਰਦਾਵਾਂ ਹਨ। ਇਸ ਤਰ੍ਹਾਂ ਔਸਤ ਇੱਕ ਧਰਮ ਦੀਆਂ 10 ਸੰਪਰਦਾਵਾਂ ਬਣਦੀਆਂ ਹਨ, ਪਰ ਸਿੱਖ ਧਰਮ ਦੀਆਂ 10 ਤੋਂ ਵੀ ਬਹੁਤ ਵੱਧ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਧਰਮ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ ਤੇ ਇਸ ਤਰ੍ਹਾਂ ਇੱਕ ਧਰਮ ਦੇ ਮੁਕਾਬਲੇ 299 ਧਰਮ ਖਲੋ ਜਾਂਦੇ ਹਨ। ਦੂਜੇ ਪਾਸੇ ਚਾਰਵਾਕ ਕਹਿੰਦੇ ਹਨ, ਸ੍ਰਿਸ਼ਟੀ ਵਿਗਿਆਨਕ ਆਧਾਰ ਤੇ ਬਣੀ ਹੈ ਤੇ ਇਸ ਨੂੰ ਬਣਾਉਣ ਵਾਲਾ ਕੋਈ ਨਹੀਂ। ਜੇ ਕੋਈ ਬਣਾਉਣ ਵਾਲਾ ਹੋਵੇ ਤਾਂ ਫਿਰ ਬਣਾਉਣ ਵਾਲੇ ਨੂੰ ਵੀ ਕੋਈ ਬਣਾਉਣ ਵਾਲਾ ਚਾਹੀਦਾ ਹੈ। ਹਜ਼ਾਰਾਂ ਸਾਲਾਂ ਤੋਂ ਬੰਦਾ ਸੋਚਦਾ ਆ ਰਿਹਾ ਹੈ, ਪਰ ਪ੍ਰਮਾਤਮਾ ਦੇ ਹੋਣ ਦਾ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਛੋਟੇ ਬੱਚਿਆਂ, ਆਦਿਵਾਸੀਆਂ ਤੇ ਪੇਂਡੂਆਂ ਨੂੰ ਤਾਂ ਝੂਠ ਸੱਚ ਦੱਸ ਕੇ ਕਾਇਲ ਕੀਤਾ ਜਾ ਸਕਦਾ ਹੈ, ਪਰ ਜਾਗਰੂਕ ਤੇ ਪੜ੍ਹੇ ਲਿਖੇ ਲੋਕਾਂ ਨੂੰ ਨਹੀਂ। ਆਮ ਤੌਰ ਤੇ ਆਪਣੇ ਆਪ ਨੂੰ ਗਿਆਨੀ ਸਮਝਣ ਵਾਲੇ ਲੋਕ ਵੀ ਇਹ ਭੇਦ ਸਮਝਾ ਨਹੀਂ ਸਕਦੇ। ਜਾਂ ਤਾਂ ਉਹ ਦੂਸਰੇ ਨਾਲ ਲੜ ਪੈਂਦੇ ਹਨ ਜਾਂ ਆਪਣੀ ਗੱਲ ਨੂੰ ਆਪ ਹੀ ਕੱਟ ਦਿੰਦੇ ਹਨ। ਕਹਿਣਗੇ, ਘੁਮਿਆਰ ਤੋਂ ਬਿਨਾਂ ਘੜਾ ਕਿਵੇਂ ਬਣ ਸਕਦਾ ਹੈ? 8 ਸਾਲ ਦਾ ਬੱਚਾ ਵੀ ਅੱਗੋਂ ਪੁੱਛ ਬੈਠਦਾ ਹੈ ਕਿ ਜੇ ਰੱਬ ਨੂੰ ਬਣਾਉਣ ਵਾਲੇ ਤੋਂ ਬਿਨਾਂ ਰੱਬ ਬਣ ਸਕਦਾ ਹੈ ਤਾਂ ਫਿਰ ਘੁਮਿਆਰ ਤੋਂ ਬਿਨਾਂ ਘੜਾ ਕਿਉਂ ਨਹੀਂ ਬਣ ਸਕਦਾ? ਬਸ ਇੰਨੀ ਗੱਲ ਤੋਂ ਹੀ ਨਿਰਉੱਤਰ ਹੋ ਕੇ ਗਿਆਨੀ ਤੇ ਸੰਤ ਅਖਵਾਉਣ ਵਾਲੇ ਲੋਕ ਅੱਗ ਬਬੂਲਾ ਹੋ ਜਾਂਦੇ ਹਨ। ਕਹਿੰਦੇ ਹਨ, ਇੱਕ ਵਾਰ ਇੱਕ ਪਿੰਡ ਵਿੱਚ ਇੱਕ ਛੋਟਾ ਬੱਚਾ ਆਪਣੇ ਗੁਆਂਢੀਆਂ ਦੇ ਘਰੋਂ ਦੀਵਾ ਜਗਾ ਕੇ ਆਪਣੇ ਘਰ ਆ ਰਿਹਾ ਸੀ ਕਿ ਉਹਨੂੰ ਇੱਕ ਵਿਦਵਾਨ ਗਿਆਨੀ ਮਿਲਿਆ। ਜਿਵੇਂ ਕਿ ਇਹੋ ਜਿਹੇ ਗਿਆਨੀਆਂ ਨੂੰ ਪੰਗੇ ਲੈਣ ਦੀ ਆਦਤ ਹੁੰਦੀ ਹੈ, ਉਸਨੇ ਬੱਚੇ ਨੂੰ ਪੁੱਛਿਆ, ਬੇਟਾ ਤੂੰ ਦੱਸ ਸਕਦਾ ਹੈ ਕਿ ਇਸ ਦੀਵੇ ਵਿੱਚ ਲੋ ਕਿੱਥੋਂ ਆਈ? ਬੱਚੇ ਨੇ ਫੂਕ ਮਾਰ ਕੇ ਦੀਵਾ ਬੁਝਾ ਦਿੱਤਾ ਤੇ ਉਲਟਾ ਸਵਾਲ ਕਰਦਿਆਂ ਕਿਹਾ, ਗਿਆਨੀ ਜੀ ਤੁਸੀਂ ਦੱਸ ਸਕਦੇ ਹੋ ਕਿ ਦੀਵੇ ਦੀ ਲੋ ਹੁਣ ਕਿੱਥੇ ਗਈ? ਅਸਲ ਵਿੱਚ ਇਸ ਦੇ ਬਿਲਕੁਲ ਢੁਕਵਾਂ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਹੈ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਭੇਜ ਇਸ ਦੇ ਕਾਫਰ ਹੋ ਜਾਏ ਬੰਦਾ। ਦੁਨੀਆ ਦੇ ਕਿਸੇ ਦੇਸ਼ ਵਿੱਚ ਵੀ ਧਨ ਤੇ ਲਿੰਗ ਦੀ ਪੂਜਾ ਨਹੀਂ ਹੁੰਦੀ। ਧਨ ਸਿਰਫ ਜ਼ਰੂਰਤ ਦੀਆਂ ਚੀਜ਼ਾਂ ਖਰੀਦਣ ਲਈ ਸਾਧਨ ਮਾਤਰ ਹੀ ਹੈ, ਪਰ ਭਾਰਤ ਵਿੱਚ ਇਸ ਦੀ ਪੂਜਾ ਹੁੰਦੀ ਹੈ ਤੇ ਇਸ ਨੂੰ ਲక్ష్ਮੀ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਲਿੰਗ ਨੂੰ ਵੀ ਸ਼ਿਵ ਜੀ ਦੇ ਅਸਲੀ ਲਿੰਗ ਵਾਂਗ ਪੂਜਿਆ ਜਾਂਦਾ ਹੈ। ਹਰ ਮੁਕਲਾਵੇ ਆਈ ਹਿੰਦੂ ਕੁੜੀ ਲਈ ਪਹਿਲਾਂ ਸ਼ਿਵ ਜੀ ਦੇ ਮੰਦਿਰ ਜਾ ਕੇ ਲਿੰਗ ਪੂਜ ਕਰਨੀ ਜ਼ਰੂਰੀ ਸਮਝੀ ਜਾਂਦੀ ਹੈ। ਸਾਰੀ ਦੁਨੀਆ ਵਿੱਚ ਇਹਨਾਂ ਦੋਹਾਂ ਦਾ ਪੂਜਿਆ ਜਾਣਾ ਬੜੀ ਅਚੰਭੇ ਵਾਲੀ ਗੱਲ ਹੈ। ਜੈਨੀ
ਪੁਰੂਸ਼ਨ ਪਰਵ ਦੇ ਦਿਨਾਂ ਵਿੱਚ ਕੋਈ ਵੀ ਹਰੀ ਸਬਜ਼ੀ ਨਹੀਂ ਖਾਂਦੇ, ਪਰ ਜੇ ਉਹ ਹੀ ਹਰੀ ਸਬਜ਼ੀ ਪੱਕ ਕੇ ਪੀਲੀ ਹੋ ਚੁੱਕੀ ਹੋਵੇ ਤਾਂ ਖਾ ਲੈਂਦੇ ਹਨ। ਵੀਅਤਨਾਮ ਵਿੱਚ ਸੱਪ ਦਾ ਲਹੂ ਸ਼ਰਾਬ ਵਿੱਚ ਪਾ ਕੇ ਪੀਤਾ ਜਾਂਦਾ ਹੈ ਤੇ ਖਿਆਲ ਕੀਤਾ ਜਾਂਦਾ ਹੈ ਕਿ ਇਸ ਨਾਲ ਕਾਮ ਸ਼ਕਤੀ ਵੱਧਦੀ ਹੈ। ਗਾਹਕ ਦੀਆਂ ਅੱਖਾਂ ਸਾਹਮਣੇ ਹੀ ਜੀਂਦੇ ਸੱਪ ਨੂੰ ਕੱਟ ਕੇ ਉਸ ਦਾ ਲਹੂ ਸ਼ਰਾਬ ਦੇ ਗਲਾਸ ਵਿੱਚ ਨਿਚੋੜਿਆ ਜਾਂਦਾ ਹੈ ਤੇ ਉਸ ਨੂੰ ਪੀਣ ਲਈ ਦਿੱਤਾ ਜਾਂਦਾ ਹੈ। ਮੇਰਾ ਇਹ ਵੇਖ ਕੇ ਹੀ ਜੀ ਖਰਾਬ ਹੋ ਗਿਆ ਸੀ ਤੇ ਮੈਨੂੰ ਉਸੇ ਵੇਲੇ ਹੀ ਉਲਟੀ ਆ ਗਈ, ਪਰ ਕਈ ਲੋਕ ਇਹਨੂੰ ਬੜੇ ਸਵਾਦ ਨਾਲ ਪੀ ਰਹੇ ਸਨ। ਇਸੇ ਤਰ੍ਹਾਂ ਹੀ ਥਾਈਲੈਂਡ ਵਿੱਚ ਸੇਵੀਆਂ ਵਰਗੇ ਗੰਡੋਏ ਉਬਾਲ ਕੇ ਖਾਂਦੇ ਹਨ ਤੇ ਹਰ ਤਰ੍ਹਾਂ ਦਾ ਕੀਟ ਪਤੰਗਾ ਮਕਈ ਦੇ ਦਾਣਿਆਂ ਵਾਂਗ ਭੁੰਨ ਕੇ ਜੇਬ ਵਿੱਚ ਪਾ ਲਿਆ ਜਾਂਦਾ ਹੈ ਤੇ ਡਰਾਈ ਫਰੂਟ ਵਾਂਗ ਜੇਬ ਵਿੱਚੋਂ ਕੱਢ ਕੇ ਖਾਧਾ ਜਾਂਦਾ ਹੈ। ਜੋ ਖਾਣ ਗਿੱਝੇ ਹੋਏ ਹਨ ਉਹਨਾਂ ਨੂੰ ਚੰਗਾ ਲੱਗਦਾ ਹੈ, ਪਰ ਦੂਜਿਆਂ ਨੂੰ ਵੇਖ ਕੇ ਘ੍ਰਿਣਾ ਹੁੰਦੀ ਹੈ। ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਸੱਪ ਦਾ ਮਾਸ ਸਵਾਦ ਨਾਲ ਖਾਧਾ ਜਾਂਦਾ ਹੈ। ਚੀਨ ਵਿੱਚ ਡੱਡੂ, ਚੂਹੇ ਤੇ ਸੱਪ ਆਮ ਖਾਧੇ ਜਾਂਦੇ ਹਨ। ਉੱਥੇ ਇਹ ਵਿਚਾਰ ਹੈ ਕਿ ਜਿਸ ਚੀਜ਼ ਦੀ ਪਿੱਠ ਅਸਮਾਨ ਵੱਲ ਹੋਵੇ ਉਹ ਖਾਣ ਦੇ ਯੋਗ ਹੈ ਤੇ ਜੋ ਸਿੱਧਾ ਖਲੋਂਦਾ ਹੋਵੇ ਉਹ ਚੀਜ਼ ਖਾਣ ਦੇ ਕਾਬਲ ਨਹੀਂ। ਜਿਵੇਂ ਬੰਦਾ ਸਿੱਧਾ ਖਲੋਂਦਾ ਹੈ, ਇਸ ਲਈ ਖਾਣ ਦੇ ਕਾਬਲ ਨਹੀਂ। ਹਿੰਦੂ ਧਰਮ ਵਿੱਚ ਜੇ ਕੋਈ ਮਰ ਜਾਵੇ ਤਾਂ ਉਸ ਨੂੰ ਸਾੜਿਆ ਜਾਂਦਾ ਹੈ, ਪਰ ਕਈਆਂ ਮੁਲਕਾਂ ਵਿੱਚ ਮੁਰਦੇ ਨੂੰ ਦੱਬਿਆ ਜਾਂਦਾ ਹੈ। ਕਈਆਂ ਨੂੰ ਸਮੁੰਦਰ ਵਿੱਚ ਰੋੜਿਆ ਜਾਂਦਾ ਹੈ, ਪਰ ਪਾਰਸੀ ਗਿਰਜਾਂ ਨੂੰ ਖਵਾ ਦਿੰਦੇ ਹਨ। ਭਾਰਤ ਵਿੱਚ ਹਿੰਦੂ ਮਰੇ ਦਾ ਭੋਗ ਚੌਥੇ ਦਿਨ ਹੀ ਪਾ ਦਿੰਦੇ ਹਨ। ਸਿੱਖ 10 ਦਿਨਾਂ ਬਾਅਦ ਜਾਂ 17 ਦਿਨਾਂ ਬਾਅਦ ਤੇ ਕਈ ਦੇਸ਼ਾਂ ਵਿੱਚ, ਖਾਸ ਕਰ ਜਿਹੜੇ ਚੀਨ ਦੇ ਲਾਗੇ ਛਾਗੇ ਦੇ ਹਨ, ਉਥੇ ਮਰਨ ਵਾਲੇ ਦੇ ਰਿਸ਼ਤੇਦਾਰਾਂ ਦੀ ਕਮੀਜ਼ ਦੀ ਬਾਂਹ ਤੇ ਕਾਲੇ ਰੰਗ ਦੀ ਪੱਟੀ ਬੰਨ੍ਹ ਦਿੰਦੇ ਹਨ ਤੇ ਉਹ 3 ਸਾਲ ਤੱਕ ਸੋਗ ਮਨਾਉਂਦੇ ਰਹਿੰਦੇ ਹਨ। ਨਾ ਉਹ ਇੰਨੇ ਸਮੇਂ ਵਿੱਚ ਕਿਸੇ ਨੂੰ ਮਿਲਦੇ ਹਨ ਤੇ ਨਾ ਹੀ ਕਿਸੇ ਤਿਉਹਾਰ ਵਿੱਚ ਹੀ ਹਿੱਸਾ ਲੈਂਦੇ ਹਨ। ਇਸ ਵਿੱਚ ਕਿਹੜੀ ਗੱਲ ਠੀਕ ਹੈ ਤੇ ਕਿਹੜੀ ਗਲਤ, ਛਾਤੀ ਠੋਕ ਕੇ ਕੌਣ ਕਹਿ ਸਕਦਾ ਹੈ। ਇੱਕ ਪਾਸੇ ਕ੍ਰਿਸ਼ਨ ਹੈ ਜੋ ਕਹਿੰਦਾ ਹੈ ਨਾ ਕੋਈ ਜੰਮਦਾ ਹੈ ਨਾ ਮਰਦਾ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜੰਗ ਨੂੰ ਉਤਸ਼ਾਹਿਤ ਕਰਦਾ ਹੈ। ਦੂਜੇ ਪਾਸੇ ਜੈਨੀਆਂ ਦੇ ਮਹਾਂਵੀਰ ਹਨ ਜੋ ਕਹਿੰਦੇ ਹਨ ਕੀੜੀ ਵੀ ਮਰ ਜਾਵੇ ਤਾਂ ਨਰਕ ਜਾਣਾ ਪੈਂਦਾ ਹੈ। ਮਹਾਤਮਾ ਬੁੱਧ ਕਹਿੰਦੇ ਹਨ ਨਾ ਆਤਮਾ ਹੈ ਨਾ ਪਰਮਾਤਮਾ, ਬਸ ਇਹ ਮੁਹਤ ਦੇ ਬੇਕਾਰ ਦਾ ਜੀਵਨ ਹੈ। ਪਰ ਫਿਰ ਵੀ ਕਿਸੇ ਨੂੰ ਦੁਖੀ ਨਾ ਕਰੋ, ਕਿਉਂਕਿ ਆਖਰ ਤੁਹਾਡਾ ਤੇ ਜਿਸ ਨੂੰ ਤੁਸੀਂ ਤੰਗ ਕਰ ਰਹੇ ਹੋ ਉਸ ਦਾ ਵੀ ਅੰਤ ਤਾਂ ਹੋਣਾ ਹੀ ਹੈ। ਜੀਸਸ ਬੜੇ ਦਾਅਵੇ ਨਾਲ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਸਨ ਤੇ ਕਹਿੰਦੇ ਸਨ ਵੇਖ ਲਿਓ ਮੈਂ ਸਵਰਗ ਵਿੱਚ ਰੱਬ ਦੇ ਬਰਾਬਰ ਸੱਜੇ ਹੱਥ ਬੈਠਾ ਹੋਵਾਂਗਾ। ਸਿੱਖ ਧਰਮ ਵਿੱਚ ਵਾਲ ਰੱਖਣੇ ਸਿੱਖ ਹੋਣ ਦੀ ਪਹਿਲੀ ਤੇ ਮੁੱਢਲੀ ਸ਼ਰਤ ਹੈ, ਪਰ ਬਾਕੀ ਸਾਰੀ ਦੁਨੀਆ ਵਿੱਚ ਵਾਲ ਰੱਖਣੇ ਕੋਈ ਜ਼ਰੂਰੀ ਨਹੀਂ। ਨਾ ਹੀ ਕਿਸੇ ਧਰਮ ਦੀ ਇਹ ਕੋਈ ਧਾਰਮਿਕ ਸ਼ਰਤ ਹੀ ਹੈ। ਕਿਸੇ ਧਾਰਮਿਕ ਵਿਅਕਤੀ ਦੇ ਪ੍ਰਵਚਨ ਸੁਣ ਕੇ ਕਈਆਂ ਨੂੰ ਨੀਂਦ ਆ ਜਾਂਦੀ ਹੈ ਤੇ ਉਹ ਸਮਝਦੇ ਹਨ ਕਿ ਪ੍ਰਵਚਨ ਉਬਾਊ ਹੋਣ ਕਰਕੇ ਨੀਂਦ ਆਈ ਹੈ। ਸਿੱਖ ਕਹਿੰਦੇ ਹਨ ਗੁਰਬਾਣੀ ਦੇ ਪ੍ਰਵਚਨ ਸੁਣਨੇ ਫੁੱਲਾਂ ਦੀ ਸੇਜ ਬਰਾਬਰ ਹੈ, ਇਸ ਲਈ ਨੀਂਦ ਆ ਜਾਂਦੀ ਹੈ। ਪਰ ਵਿਗਿਆਨੀ ਕਹਿੰਦੇ ਹਨ ਕਿ 100% ਦੀ ਗੱਲ ਇਹ ਹੈ ਕਿ ਜਦੋਂ ਦਿਮਾਗ ਕੋਈ ਗੱਲ ਸੁਣ ਕੇ ਅੱਕ ਜਾਵੇ ਤੇ ਉਸ ਨੂੰ ਸਮਝ ਨਾ ਆਉਂਦੀ ਹੋਵੇ ਤਾਂ ਦਿਮਾਗ ਵਿੱਚ ਐਸਾ ਪੁਰਜਾ ਲੱਗਾ ਹੁੰਦਾ ਹੈ ਜਿਹੜਾ ਬੰਦੇ ਨੂੰ ਨੀਂਦ ਦੀ ਅਵਸਥਾ ਵਿੱਚ ਲੈ ਜਾਂਦਾ ਹੈ। ਇਹੋ ਹੀ ਕਾਰਨ ਹੈ ਕਿ ਬੰਦਾ ਮਨਪਸੰਦ ਪ੍ਰੋਗਰਾਮ ਵੇਖ ਰਿਹਾ ਹੋਵੇ ਤਾਂ ਨੀਂਦ ਨਹੀਂ ਆਉਂਦੀ, ਪਰ ਭਾਰੀ ਭਰਕਮ ਪ੍ਰਵਚਨ ਸੁਣਨ ਨਾਲ ਆ ਜਾਂਦੀ ਹੈ। ਕਈ ਧਰਮ ਸੰਗੀਤ ਨੂੰ ਰੂਹ ਦੀ ਖੁਰਾਕ ਸਮਝਦੇ ਹਨ। ਸਿੱਖ ਅੱਜ-ਕੱਲ੍ਹ ਪੂਰੀ ਤਰ੍ਹਾਂ ਇਸ ਤੇ ਅਮਲ ਕਰ ਰਹੇ ਹਨ। ਉਹਨਾਂ ਦੇ ਖਿਆਲ ਵਿੱਚ ਸੰਗੀਤ 'ਚ ਕੀਰਤਨ ਕਰਨ ਨਾਲ ਮੁਕਤੀ ਦੇ ਸਵਰਗ ਨੂੰ ਜਾਂ ਮੁਕਤੀ ਦੇ ਸਵਰਗ ਤੱਕ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਪਰ ਮੁਸਲਮਾਨਾਂ ਵਿੱਚ ਸੰਗੀਤ ਦੀ ਬੜੀ ਵੱਡੀ ਮਨਾਹੀ ਹੈ। ਖਾਸ ਕਰ ਧਰਮ ਵਿੱਚ ਮੁਸਲਮਾਨ ਬਸ ਨਮਾਜ਼ ਹੀ ਪੜ੍ਹਦੇ ਹਨ ਤੇ ਸਿਜਦਾ ਕਰਦੇ ਹਨ, ਗਾਉਣ ਵਜਾਉਣ ਨਹੀਂ ਬਹਿ ਜਾਂਦੇ। ਔਰੰਗਜ਼ੇਬ ਬਾਦਸ਼ਾਹ ਨੇ ਬੜੀ ਸਖਤੀ ਨਾਲ ਸੰਗੀਤ ਤੇ ਪਾਬੰਦੀ ਲਾਈ ਹੋਈ ਸੀ। ਕਈ ਦੇਸ਼ਾਂ ਦੇ ਲੋਕ ਗਾਉਣ ਨੂੰ ਤਾਂ ਪਸੰਦ ਕਰਦੇ ਹਨ, ਪਰ ਧਰਮ ਵਿੱਚ ਸੰਗੀਤ ਦੀ ਧੁਨ ਨਾਲ ਗਾਉਣਾ ਲੱਚਰ ਸਮਝਦੇ ਹਨ। ਰੋਮਾਨੀਆ ਦੇ ਉਸ ਦੇ ਗਵਾਂਢੀ ਦੇਸ਼ ਵਿੱਚ ਅਸੂਲ ਤੇ ਸਖਤੀ ਨਾਲ ਅਮਲ ਕਰਦੇ ਹਨ, ਪਰ ਉਸ ਤਰ੍ਹਾਂ ਰੋਮਾਨੀਆ ਦੇ ਲੋਕ ਬੜੇ ਗਾਉਣ ਵਜਾਉਣ ਵਾਲੇ ਹਨ। ਭਾਰਤ ਵਿੱਚ ਨਾਗਾਲੈਂਡ ਵਾਲੇ ਤੇ ਹੋਰ ਕਈ ਕਬੀਲੇ ਤੇ ਉਧਰ ਦੱਖਣੀ ਅਫਰੀਕਾ ਦੇ ਕਈ ਦੇਸ਼ ਬਿਨਾਂ ਜਾਂ ਘੱਟ ਕੱਪੜਿਆਂ ਵਿੱਚ ਹੀ ਰਹਿੰਦੇ ਹਨ, ਪਰ ਪੱਛਮੀ ਦੇਸ਼ ਆਪਣਾ ਸਾਰਾ ਜ਼ੋਰ ਲੀੜੇ ਕੱਪੜੇ ਤੇ ਹੀ ਲਾਉਂਦੇ ਹਨ। ਕੱਪੜਿਆਂ ਤੋਂ ਬਿਨਾਂ ਮਨੁੱਖ ਨੂੰ ਅਧੂਰਾ ਸਮਝਦੇ ਹਨ। ਕਈ ਲੋਕ ਟੈਲੀਵਿਜ਼ਨ ਨੂੰ ਬੱਚਿਆਂ ਦੀ ਪੜ੍ਹਾਈ ਲਈ ਬੜਾ ਹਾਨੀਕਾਰਕ ਤੇ ਕਈ ਬੜਾ ਗਿਆਨ ਵਰਧਕ ਸਮਝਦੇ ਹਨ। ਮੁਸਲਮਾਨਾਂ ਦੇ ਕੁਰਾਨ ਸ਼ਰੀਫ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜਦੋਂ ਬੱਚਾ 10 ਸਾਲਾਂ ਦਾ ਹੋ ਜਾਵੇ ਤਾਂ ਉਸ ਨੂੰ ਮਾਰ ਕੇ ਕੁਰਾਨ ਸ਼ਰੀਫ ਪੜ੍ਹਾਓ। ਜੇ ਉਹ ਨਹੀਂ ਪੜ੍ਹਦਾ, ਪਰ ਪੱਛਮੀ ਦੇਸ਼ਾਂ ਵਿੱਚ ਜੇ ਕੋਈ ਮਾਂ ਪਿਓ ਜਾਂ ਮਾਸਟਰ ਬੱਚੇ ਨੂੰ ਮਾਰੇ ਤਾਂ ਪੁਲਿਸ ਫੜ ਕੇ ਲੈ ਜਾਂਦੀ ਹੈ। ਪਹਿਲਾਂ ਬੱਚੇ ਦੇ ਚਿੱਤੜ ਤੇ ਪੋਲਾ ਜਾਂ ਧੱਫਾ ਮਾਰਿਆ ਜਾ ਸਕਦਾ ਸੀ, ਪਰ ਹੁਣ ਅਮਰੀਕਾ ਦੀ ਸੁਪਰੀਮ ਕੋਰਟ ਨੇ ਉਂਗਲੀ ਤੱਕ ਲਾਉਣੀ ਵੀ ਬੱਚੇ ਦੇ ਤਸ਼ੱਦਦ ਕਰਾਰ ਦਿੱਤਾ ਹੈ। ਕਈ ਕਹਿੰਦੇ ਹਨ ਕਲਯੁਗ ਆ ਗਿਆ ਹੈ, ਇਸ ਨਾਲੋਂ ਪਹਿਲਾ ਜ਼ਮਾਨਾ ਚੰਗਾ ਸੀ, ਪਰ ਕਈ ਕਹਿੰਦੇ ਹਨ ਕਿ ਪਹਿਲਾਂ ਜ਼ਮਾਨਾ ਜਲਾਲਤ ਦਾ ਸੀ। ਕਈ ਕਹਿੰਦੇ ਹਨ ਪਹਿਲਾ ਜ਼ਮਾਨਾ ਜਹਾਲਤ ਦਾ ਸੀ। ਵਿਗਿਆਨ ਦੀ ਹੁਣ ਤੱਕ ਕੀਤੀ ਤਰੱਕੀ ਨੇ ਮਨੁੱਖ ਨੂੰ ਦੁਨੀਆ ਵਿੱਚ ਰਹਿਣ ਦੇ ਕਾਬਲ ਬਣਾ ਦਿੱਤਾ ਹੈ, ਨਹੀਂ ਤਾਂ ਬੰਦਾ ਬਾਂਦਰ ਤੋਂ ਵੱਧ ਕੁਝ ਨਹੀਂ ਸੀ। ਵਿਗਿਆਨ ਨੇ ਹੀ ਮਨੁੱਖ ਨੂੰ ਖੁੰਦਰਾਂ ਵਿੱਚੋਂ ਕੱਢ ਕੇ ਚੰਦਰਮਾ ਤੇ ਪਹੁੰਚਾਇਆ ਹੈ। ਭਗਤ ਕਬੀਰ ਜੀ ਕਿਸੇ ਕੋਲੋਂ ਕੋਈ ਤੋਹਫਾ ਨਹੀਂ ਸਨ ਲੈਂਦੇ, ਪਰ ਉਹਨਾਂ ਦਾ ਪੁੱਤ ਕਮਾਲਾ ਕਿਸੇ ਦਾ ਖੁਸ਼ੀ ਨਾਲ ਦਿੱਤਾ ਹੋਇਆ ਤੋਹਫਾ ਕਬੂਲ ਕਰ ਲੈਂਦੇ ਸਨ। ਉਹ ਆਪਣੇ ਪਿਤਾ ਤੇ ਵਿਅੰਗ ਕਰਦੇ ਸਨ ਕਿ ਜਦੋਂ ਤਾਂ ਘਰ ਪ੍ਰਾਹੁਣਾ ਆ ਜਾਵੇ ਤਾਂ ਉਹ ਉਸ ਦੀ ਸੇਵਾ ਕਰਨ ਲਈ ਆਪਣੀ ਪਤਨੀ ਤੱਕ ਨੂੰ ਵੀ ਮਜਬੂਰ ਕਰਦੇ ਹਨ, ਪਰ ਜੇ ਕੋਈ ਪ੍ਰੇਮ ਨਾਲ ਕੋਈ ਚੀਜ਼ ਦੇਵੇ ਤਾਂ ਲੈਂਦੇ ਨਹੀਂ। ਜਦੋਂ ਕਬੀਰ ਜੀ ਆਪਣਾ ਬੁਣਿਆ ਹੋਇਆ ਕੱਪੜਾ ਲੈ ਕੇ ਬਾਜ਼ਾਰ ਵੇਚਣ ਜਾਂਦੇ ਤਾਂ ਕਹਿੰਦੇ, ਰਾਮ ਜੀ ਲੈ ਲਓ, ਇਹ ਬਹੁਤ ਵਧੀਆ ਕੱਪੜਾ ਹੈ, ਮੈਂ ਬੜੀ ਪ੍ਰੀਤ ਨਾਲ ਬੁਣਿਆ ਹੈ। ਪਰ ਕਮਾਲਾ ਇਸ ਗੱਲ ਨੂੰ ਕੋਰੀ ਵਪਾਰਕ ਰੁਚੀ ਕਹਿੰਦਾ ਸੀ। ਉਹ ਕਹਿੰਦਾ ਸੀ ਸਾਰੇ ਕੱਪੜਾ ਬੁਣਨ ਵਾਲੇ ਰੋਟੀ ਦੀ ਖਾਤਰ ਕੱਪੜਾ ਬੁਣਦੇ ਹਨ, ਪ੍ਰੀਤ ਕਾਹਦੀ। ਕਹਿੰਦੇ ਹਨ ਇੱਕ ਵਾਰ ਕੋਈ ਕਮਾਲੇ ਨੂੰ ਪਰਖਣ ਵਾਸਤੇ ਕਿ ਸੱਚਮੁੱਚ ਦਾ ਸੰਤ ਹੈ ਕਿ ਪਖੰਡੀ ਹੈ, ਉਹਨਾਂ ਕੋਲ ਆਇਆ ਤੇ ਉਸ ਨੂੰ ਇੱਕ ਕੀਮਤੀ ਹੀਰਾ ਭੇਂਟ ਕੀਤਾ। ਕਮਾਲਾ ਇਹੋ ਜਿਹੇ ਤੋਹਫਿਆਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਸਨ ਰੱਖਦੇ। ਹਾਂ, ਜੇ ਕੋਈ ਖਾਣ ਜਾਂ ਪੀਣ ਵਾਲੀ ਚੀਜ਼ ਲਿਆਉਂਦਾ ਤਾਂ ਉਹ ਬੈਠੇ ਬਾਕੀ ਲੋਕਾਂ ਵਿੱਚ ਵੰਡ ਕੇ ਆਪ ਵੀ ਹਿੱਸੇ ਆਉਂਦੀ ਖਾ ਲੈਂਦੇ ਤੇ ਬੜੇ ਪ੍ਰਸੰਨ ਹੁੰਦੇ। ਇਸ ਲਈ ਹੀਰੇ ਵਿੱਚ ਉਹਨਾਂ ਨੇ ਕੋਈ ਖਾਸ ਦਿਲਚਸਪੀ ਨਾ ਵਿਖਾਈ ਤੇ ਕਿਹਾ, ਇੱਥੇ ਕਿਤੇ ਰੱਖ ਦਿਓ। ਉਸ ਬੰਦੇ ਨੇ ਝੌਂਪੜੀ ਦੀ ਠੁੰਮਣੀ ਲਾਗੇ ਪਏ ਇੱਕ ਕੁੱਜੇ ਵਿੱਚ ਉਹ ਹੀਰਾ ਪਾ ਦਿੱਤਾ ਤੇ ਚਲਾ ਗਿਆ। 6 ਮਹੀਨਿਆਂ ਬਾਅਦ ਉਹ ਆਇਆ ਤੇ ਕਮਾਲੇ ਨੂੰ ਪੁੱਛਿਆ, ਮੈਂ ਤੁਹਾਨੂੰ ਇੱਕ ਕੀਮਤੀ ਹੀਰਾ ਭੇਟ ਕੀਤਾ ਸੀ, ਤੁਸੀਂ ਉਹਨੂੰ ਵੇਚ ਕੇ ਚੰਗਾ ਮਕਾਨ ਨਹੀਂ ਬਣਾ ਲੈਂਦੇ। ਕਮਾਲੇ ਨੇ ਪੁੱਛਿਆ, ਕਿਹੜਾ ਹੀਰਾ? ਉਸ ਬੰਦੇ ਨੇ ਫੱਟ ਸਮਝਿਆ ਕਿ ਇਹ ਲਾਲਚੀ ਬੰਦਾ ਹੈ ਤੇ ਮੇਰਾ ਅਹਿਸਾਨ ਨਹੀਂ ਲੈਣਾ ਚਾਹੁੰਦਾ, ਨਹੀਂ ਤਾਂ ਐਡਾ ਕੀਮਤੀ ਹੀਰਾ ਇਹਨੂੰ ਕਿਵੇਂ ਭੁੱਲ ਸਕਦਾ ਹੈ। ਕਮਾਲੇ ਨੇ ਪੁੱਛਿਆ, ਕਿੱਥੇ ਰੱਖਿਆ ਸੀ? ਤਾਂ ਉਸਨੇ ਕਿਹਾ, ਉਸ ਕੁੱਜੇ ਵਿੱਚ ਪਾਇਆ ਸੀ। ਤਾਂ ਕਮਾਲੇ ਨੇ ਕਿਹਾ, ਫਿਰ ਕੁੱਜੇ ਵਿੱਚ ਹੀ ਵੇਖ ਲਓ। ਜਦੋਂ ਵੇਖਿਆ ਤਾਂ ਹੀਰਾ ਕੁੱਜੇ ਵਿੱਚ ਹੀ ਪਿਆ ਸੀ। ਉਸ ਤੋਂ ਬਾਅਦ ਉਸ ਬੰਦੇ ਨੇ ਕਮਾਲੇ ਦਾ ਸੱਚਾ ਭਗਤ ਹੋਣ ਦਾ ਬਹੁਤ ਪ੍ਰਚਾਰ ਕੀਤਾ, ਤਾਂ ਹੀ ਉਹਨਾਂ ਦੀ ਮਾਨਤਾ ਵਧੀ। ਕਮਾਲਾ ਭਗਤ ਦੇ ਵੀ
ਕਮਾਲਾ ਭਗਤ ਦੇ ਵੀ ਯੂਪੀ ਦੇ ਨਾਲ ਦੇ ਸੂਬਿਆਂ ਵਿੱਚ ਕਈ ਮੰਦਿਰ ਹਨ ਤੇ ਉਹਨਾਂ ਦੀ ਕਾਫੀ ਮਾਨਤਾ ਹੈ। ਸੋ ਇਸ ਭਾਗ ਲਈ ਇੰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।